ਵਾਸ਼ਿੰਗਟਨ ਡੀਸੀ ਏਰੀਆ ਦੀ ਸਿੱਖ ਹਿਊਮਨ ਡਿਵੈਲਪਮੈਂਟ ਫੰਡ ਜਥੇਬੰਦੀ ਲੰਮੇ ਸਮੇਂ ਤੋਂ ਪੰਜਾਬ ਦੇ ਉਹਨਾਂ ਲੋੜਵੰਦ ਵਿਦਿਆਰਥੀਆਂ ਦੀ ਆਰਥਿਕ ਸਹਾਇਤਾ ਦੇ ਲਈ ਫੰਡਸ ਇਕੱਠੇ ਕਰਦੀ ਹੈ ਜੋ ਪੜ੍ਹਨ ਦੇ ਵਿੱਚ ਰੁਚੀ ਤੇ ਰੱਖਦੇ ਨੇ ਪਰ ਉੱਚ ਵਿੱਦਿਆ ਪ੍ਰਾਪਤ ਕਰਨ ਦੇ ਵਾਸਤੇ ਉਹਨਾਂ ਕੋਲ ਸਾਧਨ ਨਹੀਂ ਹਨ। ਇਸੇ ਸੰਸਥਾ ਨੇ ਵਿਦਿਆਰਥੀਆਂ ਦੀ ਮਦਦ ਦੇ ਵਾਸਤੇ ਇੱਕ ਹੋਰ ਫੰਡ ਰੇਜ਼ਿੰਗ ਸਮਾਗਮ ਦਾ ਪ੍ਰਬੰਧ ਕੀਤਾ ਹੈ। $3,80,000 ਇਸ ਫੰਡ ਰੇਜ਼ਿੰਗ ਦੇ ਵਿੱਚ ਇਕੱਠੇ ਕੀਤੇ ਗਏ ਨੇ। ਵਾਸ਼ਿੰਗਟਨ ਦੇ ਵਿੱਚ ਸਥਿਤ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਇੱਕ ਜਥੇਬੰਦੀ ਹੈ ਜਿਹੜੀ ਕਿ ਪਿਛਲੇ 20 ਸਾਲਾਂ ਤੋਂ ਪੰਜਾਬ ਦੇ ਵਿੱਚ ਜਿਹੜੇ ਗਰੀਬ ਨੌਜਵਾਨ ਬੱਚੇ ਨੇ ਜਿਹੜੇ ਕਿ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਕੋਈ ਡਿਗਰੀ ਕੋਰਸ ਕਰਨਾ ਚਾਹੁੰਦਾ ਹੈ, ਕੋਈ ਮੈਡੀਸਨ 'ਚ ਜਾਣਾ ਚਾਹੁੰਦਾ ਹੈ, ਕੋਈ ਲਾਇਰ ਬਣਨਾ ਚਾਹੁੰਦਾ ਹੈ, ਕੋਈ IT ਦੇ ਵਿੱਚ ਜਾਣਾ ਚਾਹੁੰਦਾ ਹੈ, ਈਵਨ ਗੁਰਮਤਿ ਸੰਗੀਤ ਦੇ ਵਿੱਚ ਵੀ ਜਾਣਾ ਚਾਹੁੰਦਾ ਹੈ, ਪਰ ਉਹਨਾਂ ਕੋਲ ਮਾਲੀ ਹਾਲਾਤ ਜਿਸ ਕਿਸਮ ਦੇ ਨੇ ਉਹਨਾਂ ਦੇ ਪਰਿਵਾਰ ਦੇ ਉਹ ਆਪਣਾ ਇਹ ਸੁਪਨਾ ਪੂਰਾ ਨਹੀਂ ਕਰ ਸਕਦੇ। ਸੋ ਇਸ ਜਿਹੜਾ ਇਹ ਖਲਾ ਹੈ, ਜਿਹੜਾ ਇਹ ਗੈਪ ਹੈ, ਇਸ ਨੂੰ ਪੂਰਾ ਕਰਦੀ ਹੈ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਜਥੇਬੰਦੀ ਜਿਹੜੀ ਕਿ ਜਿਹੜੇ ਦਿਆਲ ਹਿਰਦੇ ਵਾਲੇ ਆਪਣੇ ਪੰਜਾਬੀ ਭਰਾ ਨੇ, ਸਿੱਖ ਭੈਣ ਭਰਾ ਨੇ ਸਾਰੀ ਦੁਨੀਆ ਦੇ ਵਿੱਚ ਤੇ ਖਾਸ ਕਰਕੇ ਵਾਸ਼ਿੰਗਟਨ DC ਦੇ ਵਿੱਚ ਉਹਨਾਂ ਤੋਂ ਇਹ ਸਪੋਰਟ ਲੈ ਕੇ ਇਹਨਾਂ ਗਰੀਬ ਬੱਚਿਆਂ ਦੇ ਸੁਪਨੇ ਪੂਰੇ ਕਰਨ ਦੇ ਵਿੱਚ ਆਪਣਾ ਰੋਲ ਅਦਾ ਕਰਦੀ ਆ ਰਹੀ ਹੈ। ਹਰ ਬੱਚੇ ਨੂੰ $540 ਦੀ ਸਕਾਲਰਸ਼ਿਪ ਪਰ ਈਅਰ ਹਰ ਸਾਲ ਦਿੱਤੀ ਜਾਂਦੀ ਹੈ ਤੇ ਇਹ ਸਕਾਲਰਸ਼ਿਪ ਦੇਣ ਦਾ ਕ੍ਰਾਈਟੇਰੀਆ ਇਹ ਹੁੰਦਾ ਹੈ ਕਿ ਜਿਹੜਾ ਬੱਚਾ 60% ਤੋਂ ਉੱਪਰ ਜਿਹਦੇ ਨੰਬਰ ਆਉਣ ਤੇ ਜਿਸ ਦੇ ਘਰ ਦੀ ਇਨਕਮ 1.5 ਲੱਖ ਤੋਂ ਜਾਂ 1,80,000 ਤੋਂ ਘੱਟ ਇਨਕਮ ਵਾਲਾ ਪਰਿਵਾਰ ਜਿਹੜਾ ਜਿਹਨੂੰ ਕਿ ਗਰੀਬ ਮੰਨਿਆ ਜਾਂਦਾ ਹੈ। ਤੇ ਤੀਜੀ ਗੱਲ ਕਿ ਇਸ ਬੱਚੇ ਨੂੰ ਕਿਸੇ ਹਾਇਰ ਐਜੂਕੇਸ਼ਨ ਵਾਲੇ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਐਡਮਿਸ਼ਨ ਮਿਲੀ ਹੋਵੇ। ਤੇ ਚੌਥਾ ਹੈ ਫਿਰ ਇਹਦਾ ਇੰਟਰਵਿਊ ਲਿਆ ਜਾਂਦਾ ਹੈ, ਇੱਕ ਰਿਟਨ ਟੈਸਟ ਲਿਆ ਜਾਂਦਾ ਹੈ ਮੋਰਲ ਸਾਇੰਸ ਦਾ। ਇਹ ਜਦੋਂ 5 ਚੀਜ਼ਾਂ ਪੂਰੀਆਂ ਹੋ ਜਾਂਦੀਆਂ ਨੇ ਫਿਰ ਬੱਚੇ ਨੂੰ ਸਿਲੈਕਟ ਕਰਕੇ ਉਹਦੀ ਜਿਹੜੀ ਲਿਸਟ ਵਾਸ਼ਿੰਗਟਨ ਆ ਜਾਂਦੀ ਹੈ, ਉਹਨੂੰ ਫਿਰ ਇੱਥੋਂ ਸਕਾਲਰਸ਼ਿਪ ਅਪਰੂਵਲ ਭੇਜੀ ਜਾਂਦੀ ਹੈ। ਔਰ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਵਾਸ਼ਿੰਗਟਨ DC ਦੇ ਪ੍ਰਬੰਧਕਾਂ ਨੇ ਸਾਡੇ ਸਹਿਯੋਗੀ ਸੁਖਪਾਲ ਸਿੰਘ ਧਰੋਆ ਨਾਲ ਫਾਊਂਡੇਸ਼ਨ ਦੇ ਕੰਮਾਂ ਤੇ ਸਮਾਗਮਾਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ। ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਵੱਲੋਂ ਇੱਕ ਐਨੂਅਲ ਗਾਲਾ ਕੀਤਾ ਜਾਂਦਾ ਹੈ ਜਿਹਦੇ ਪੈਸੇ ਇਕੱਠੇ ਕਰਕੇ ਇੰਡੀਆ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਉਹਨਾਂ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਨੇ ਜਿਹੜੇ ਹਾਇਰ ਐਜੂਕੇਸ਼ਨ ਦੇ ਵਿੱਚ ਆਪਣੀਆਂ ਵੱਡੇ ਸੁਪਨਿਆਂ ਨੂੰ ਅਚੀਵ ਕਰਨਾ ਚਾਹੁੰਦੇ ਨੇ। ਤੁਸੀਂ ਪੰਜਾਬ ਦੇ ਦਰਦ ਨੂੰ ਬੜਾ ਕਲੋਜ਼ਲੀ ਦੇਖ ਰਹੇ ਹੋ, ਕਿਵੇਂ ਲੱਗ ਰਿਹਾ? ਦੇਖੋ, ਜਿਵੇਂ ਬੰਦਾ ਕੋਈ ਕਰਜ਼ਾ ਲੈਂਦਾ ਕਿਤੋਂ ਤੇ ਕਿਸ਼ਤਾਂ ਮੋੜਦਾ ਜੀ, ਸੋ ਕੁਦਰਤ ਦਾ ਤੇ ਪੰਜਾਬ ਦਾ ਪੰਜਾਬੀਆਂ ਦਾ ਮੇਰੇ ਤੇ ਵੀ ਬਹੁਤ ਕਰਜ਼ਾ ਸਮਝ ਲਓ, ਇੱਕ ਹੋਰ ਕਿਸ਼ਤ ਅਦਾ ਕਰਨਾ ਆਇਆ ਜੀ। ਮੈਂ ਤਾਂ ਆਪਣੇ ਜੋ ਇਹਨਾਂ ਦੇ ਅਹਿਸਾਨਾਤ ਨੇ ਸਾਡੇ ਤੇ, ਮੈਂ ਸਿਰਫ ਇੱਕ ਆਪਣਾ ਸਾਥ ਸਮਰਥਨ ਦੇਣ ਵਾਸਤੇ ਇੱਥੇ ਆਇਆ ਕਿ ਦੁਨੀਆ ਦੇ ਹਰ ਫੀਲਡ ਦੇ ਲੋਕਾਂ ਨੂੰ ਪਤਾ ਲੱਗੇ ਕਿ ਸਿਰਫ ਕਿਸੇ ਇੱਕ ਕੈਟਾਗਰੀ ਦੇ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਜਿਹੜੇ ਇੱਥੇ ਰਹਿੰਦੇ ਨੇ ਵਿਚਾਰੇ, ਸਾਰਾ ਭਾਰ ਇਹਨਾਂ 'ਤੇ ਹੀ ਹੈ। ਮਹਿਕਦੀਪ ਜੀ ਲੰਡਨ ਤੋਂ ਆਏ ਨੇ, ਮੈਂ ਇੰਡੀਆ ਤੋਂ ਆਇਆ, ਸਿਰਫ ਇਹ ਦੱਸਣ ਵਾਸਤੇ ਆਇਆ ਕਿ ਸਾਡਾ ਸਾਰਿਆਂ ਦਾ ਇੱਕ ਯੂਨਾਈਟਿਡ ਹੋ ਕੇ ਸਾਡਾ ਸਾਰਿਆਂ ਦਾ ਸਾਂਝਾ ਉੱਦਮ ਹੋਣਾ ਚਾਹੀਦਾ ਕਿ ਸਾਡੇ ਪੰਜਾਬ ਦੇ ਉਹ ਬੱਚੇ ਜਿਨ੍ਹਾਂ ਦੇ ਅੰਦਰ ਪੜ੍ਹਾਈ ਦਾ ਇੱਕ ਜਜ਼ਬਾ, ਇੱਕ ਟੈਲੈਂਟ ਹੈ ਉਹਨਾਂ ਦੇ ਅੰਦਰ, ਉਹਨਾਂ ਦੀਆਂ ਸਧਰਾਂ ਕਿਤੇ ਗਰੀਬੀ ਗੁਰਬਤ ਦੇ ਪੈਰਾਂ ਥੱਲੇ ਲਤਾੜੀਆਂ ਨਾ ਜਾਣ, ਉਹਨਾਂ ਨੂੰ ਆਪਣੀਆਂ ਡਿਗਰੀਆਂ ਵਿੱਚੇ ਛੱਡ ਕੇ ਘਰ ਦੇ ਬ੍ਰੈਡ ਐਂਡ ਬਟਰ ਵਾਸਤੇ ਛੋਟੀਆਂ ਨੌਕਰੀਆਂ ਨਾ ਕਰਨੀਆਂ ਪੈਣ, ਉਹਨਾਂ ਦਾ ਜਿਹੜਾ ਓਰੀਜਨਲ ਟੈਲੈਂਟ ਹੈ ਉਹਨੂੰ ਵਰਲਡ ਦੇ ਵਿੱਚ ਐਕਸਪਲੋਰ ਕਰਨ ਦਾ ਮੌਕਾ ਮਿਲੇ ਉਹਨਾਂ ਨੂੰ। ਮਹਿਕ ਜੀ, ਤੁਹਾਨੂੰ ਸੁਣ ਵੀ ਰਹੇ ਸੀ, ਬੜਾ ਇੰਸਪਾਇਰ ਕੀਤਾ ਹੈ ਤੁਸੀਂ, ਆਪਣੀ ਕਹਾਣੀ ਵੀ ਦੱਸੀ ਆ। ਅੱਜ ਜਿਹੜੇ ਇਹ ਪੈਸੇ ਨੇ ਔਰ ਜਿਸ ਤਰ੍ਹਾਂ ਨਾਲ ਇਹ ਸਾਰੀ ਸੰਸਥਾ ਕੰਮ ਕਰ ਰਹੀ ਆ, ਕੀ ਸੁਨੇਹਾ ਹੈ ਤੁਹਾਡਾ ਇਸ ਮੌਕੇ 'ਤੇ? ਸੁਨੇਹਾ ਇਹੀ ਹੈ ਜੀ ਕਿ ਸਾਰੇ ਮਿਲ ਕੇ ਜੇ ਅਸੀਂ ਕੰਮ ਕਰੀਏ ਤਾਂ ਦੇਖੋ ਕਿੰਨਾ ਵਧੀਆ ਅਸੀਂ ਕੰਮ ਕਰ ਸਕਦੇ ਹਾਂ, ਸਾਰਿਆਂ ਦੀ ਹੈਲਪ ਕਰੀਏ ਅਤੇ ਅੱਗੇ ਵਧੀਏ ਐਜ਼ ਅ ਸੁਸਾਇਟੀ, ਅਸੀਂ ਪ੍ਰੋਗਰੈਸ ਕਰਾਂਗੇ ਇਹਦੇ ਨਾਲ। ਅਤੇ ਜਿਨ੍ਹਾਂ ਬੱਚਿਆਂ ਦੀ ਹੈਲਪ ਹੋ ਰਹੀ ਹੈ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਮਿਲ ਰਿਹਾ, ਇਹ ਬੜੀ ਵੱਡੀ ਅਚੀਵਮੈਂਟ ਹੈ ਸਾਡੇ ਸਾਰਿਆਂ ਵਾਸਤੇ। ਅਤੇ ਜਿੰਨਾ ਅਸੀਂ ਕਰ ਸਕਦੇ ਹਾਂ ਆਪਣੇ ਵੱਲੋਂ ਉਹਨਾਂ ਕਰੀਏ ਅਤੇ ਅੱਗੇ ਵਧਣ ਦੀ ਕੋਸ਼ਿਸ਼ ਕਰੀਏ, ਇਹੀ ਸੁਨੇਹਾ ਹੈ। ਅਹੂਜਾ ਸਾਹਿਬ, ਪਿਛਲੇ ਸਾਲਾਂ ਨਾਲੋਂ ਤੁਸੀਂ ਆਪਣੀ ਗਿਣਤੀ ਵੀ ਸਕਾਲਰਸ਼ਿਪ ਦੀ ਵਧਾਤੀ ਆ ਔਰ ਇਹਦੇ ਲਈ ਤੁਹਾਨੂੰ ਗੁਰਪ੍ਰੀਤ ਜੀ, ਮਹਿਕ ਜੀ ਅਤੇ ਹੋਰ ਸਾਰੀ ਦੁਨੀਆ ਭਰ ਦੇ ਲੋਕ ਜਿਹੜੇ ਨੇ ਉਹ ਦੇਖਣਗੇ ਵੀ ਔਰ ਦੇਖ ਵੀ ਰਹੇ ਨੇ ਪਹਿਲੋਂ ਵੀ। ਤੁਹਾਨੂੰ ਟਾਰਗੇਟ ਜਿਹੜਾ ਸੀ ਤੁਹਾਡਾ ਉਹਦੇ ਬਾਰੇ ਵੀ ਦੱਸੋ ਔਰ ਕਿੰਨਾ ਕੁ ਅਚੀਵ ਹੋਇਆ ਔਰ ਅੱਗੇ ਦੀ ਤੁਹਾਡੀ ਕੀ ਪਲਾਨ ਹੈ ਸੰਖੇਪ 'ਚ? ਇਸ ਤਰ੍ਹਾਂ ਜੀ ਕਿ ਫਸਟ ਆਫ ਆਲ
ਅਸੀਂ ਸਾਰੇ ਡੋਨਰਸ ਦੇ ਡੀਪਲੀ ਗ੍ਰੇਟਫੁਲ ਹਾਂ ਜਿਨ੍ਹਾਂ ਦੀ ਇੰਨੀ ਸਾਨੂੰ ਸਪੋਰਟ ਹੈ ਤੇ ਮੈਨੂੰ ਪਤਾ ਸੀ ਕਿ ਸਾਨੂੰ ਇਹਨਾਂ ਦੀ ਹਰ ਹਾਲਤ ਵਿੱਚ ਇੰਨੀ ਸਪੋਰਟ ਮਿਲਣੀ ਹੈ ਤੇ ਇਸੇ ਕਰਕੇ ਮੈਂ ਸਾਹਮਣੇ ਇਹਨਾਂ ਦੇ ਚੈਲੰਜ ਰੱਖ ਦਿੱਤਾ ਕਿ ਅਸੀਂ ਇਸ ਸਾਲ 688 ਸਕਾਲਰਸ਼ਿਪ ਦਿੱਤੇ ਨੇ, ਅਸੀਂ ਅਗਲੇ ਸਾਲ ਹਰ ਹਾਲਤ ਵਿੱਚ 800 ਸਕਾਲਰਸ਼ਿਪ ਦੇਵਾਂਗੇ। ਮੈਨੂੰ ਪੂਰਾ ਯਕੀਨ ਸੀ ਕਿ ਸਾਡੇ ਡੋਨਰ ਸਪੋਰਟ ਕਰਨਗੇ। 80% ਆਫ ਆਵਰ ਗੋਲ ਹੈਜ਼ ਬੀਨ ਮੈਟ, ਬਾਕੀ ਸਿਰਫ 20% ਰਹਿ ਗਿਆ। ਮੈਨੂੰ ਬਿਲਕੁਲ ਪਤਾ ਹੈ, ਮੈਨੂੰ ਪੂਰਾ ਯਕੀਨ ਹੈ ਸਾਡੇ ਡੋਨਰਸ 'ਤੇ ਕਿ ਇਹ ਗੋਲ ਅਸੀਂ ਬੀਟ ਕਰਾਂਗੇ, ਬਿਕਾਜ਼ ਇਨ ਦੀ ਪਾਸਟ ਆਲਸੋ ਅਸੀਂ ਉਹ ਗੋਲ ਬੀਟ ਕਰਦੇ ਆਏ ਹਾਂ। ਤੇ ਪਰ ਮੈਂ ਦਿਲੋਂ ਇੱਕ ਟੀਮ ਦਾ ਜਿਹੜੀ ਸਾਡੀ ਬੋਰਡ ਹੈ, ਸਾਰੇ 9 ਮੈਂਬਰ ਨੇ, ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਨਾ ਚਾਹਾਂਗਾ। ਆਈ ਐਮ ਏ ਵੈਰੀ ਸਮਾਲ ਪਾਰਟ ਆਫ ਦੈਟ ਬੋਰਡ, ਪਰ ਉਹਨਾਂ ਨੇ ਦਿਨ ਰਾਤ ਉਹਨਾਂ ਦੇ ਇਸੇ ਚੀਜ਼ 'ਤੇ ਲਗਾਏ ਹੋਏ ਨੇ। ਉਹਨਾਂ ਦਾ ਕੰਪਲੀਟ ਫੋਕਸ ਹੈ ਇਸ ਗੱਲ 'ਤੇ ਕਿ ਅਸੀਂ ਵੱਧ ਤੋਂ ਵੱਧ ਗਰੀਬ ਬੱਚੇ ਚੁਣਨੇ ਹਨ ਤੇ ਉਹਨਾਂ ਦੀ ਹੈਲਪ ਕਰਨੀ ਹਨ। ਤੇ ਖਾਸ ਕਰਕੇ ਸਾਡਾ ਵੂਮਨ ਐਮਪਾਵਰਮੈਂਟ 'ਤੇ ਬੜਾ ਜ਼ੋਰ ਰਿਹਾ ਤੇ ਵੀ ਹੈਵ ਬੀਨ ਵੈਰੀ ਸਕਸੈਸਫੁਲ। ਪਹਿਲਾਂ ਸਾਡੇ 50, 51, 55% ਫੀਮੇਲ ਸਟੂਡੈਂਟਸ ਹੁੰਦੇ ਸਨ, ਅੱਜ 80% ਫੀਮੇਲ ਸਟੂਡੈਂਟਸ ਨੇ। ਐਂਡ ਦੈਟ ਗਿਵਸ ਅਸ ਅ ਲਾਟ ਆਫ ਸਟਰੈਂਥ, ਲਾਟ ਆਫ ਇੰਸਪੀਰੇਸ਼ਨ। ਤੇ ਸਾਡੇ ਲਈ ਇਹ ਵੱਡੀ ਜਿੰਨੇ ਸਾਡੇ ਡੋਨਰ ਨੇ ਬਹੁਤ ਵੱਡੀ ਇੱਕ ਸਟਰੈਂਥ ਬਣਦੇ ਜਾ ਰਹੇ ਨੇ ਤੇ ਸਾਨੂੰ ਇਹਨਾਂ 'ਤੇ ਬਹੁਤ ਹੀ ਜ਼ਿਆਦਾ ਮਾਣ ਹੈ, ਬਹੁਤ ਫਖਰ ਹੈ। ਇਹ ਉਹ ਸੁਨੇਹਾ ਹੈ ਜਿਹੜਾ ਦੁਨੀਆ ਭਰ ਦੇ ਲੋਕਾਂ ਤੱਕ ਪਹੁੰਚਦਾ ਕਰਨ ਲਈ ਇਹ ਸਾਰੇ ਲੋਕ ਇਕੱਠੇ ਹੋਏ ਨੇ। ਔਰ ਜਿਹੜੀਆਂ ਕੌਮਾਂ ਵਿੱਦਿਆ ਦੇ ਚਾਨਣ ਨੂੰ ਸਮੇਟਦੀਆਂ ਨਹੀਂ ਤੇ ਜਿਹੜੇ ਵਿੱਦਿਆ ਦੇ ਚਾਨਣ ਨੂੰ ਹੋਰਨਾਂ ਤੱਕ ਲੈ ਕੇ ਨਹੀਂ ਜਾਂਦੀਆਂ, ਉਹ ਜ਼ਿਆਦਾ ਤਰੱਕੀ ਵੀ ਨਹੀਂ ਕਰ ਸਕਦੀਆਂ। ਬਹੁਤ ਸਾਰੀਆਂ ਦੂਜੀਆਂ ਕੌਮਾਂ ਦੀਆਂ ਐਗਜ਼ਾਮਪਲ ਸਾਡੇ ਸਾਹਮਣੇ ਆ, ਜਿਹੜੇ ਇਸ ਵੇਲੇ ਅਮਰੀਕਾ ਹੀ ਨਹੀਂ ਦੁਨੀਆ ਭਰ ਦੇ ਵਿੱਚ ਸਿਰਫ ਆਪਣੀ ਵਿੱਦਿਆ ਦੇ ਨਾਲ, ਆਪਣੀ ਪੜ੍ਹਾਈ ਦੇ ਨਾਲ ਰਾਜ ਕਰ ਰਹੇ ਨੇ। ਔਰ ਸਿੱਖ ਕੌਮ ਵੀ ਕਿਸੇ ਗੱਲੋਂ ਪਿੱਛੇ ਨਹੀਂ। ਸਿਰਫ ਲੋੜ ਆ ਅਜਿਹੇ ਉਪਰਾਲਿਆਂ ਦੀ, ਅਜਿਹੇ ਲੋਕਾਂ ਦੀ ਜਿਹੜੇ ਇਹਦੇ ਵਿੱਚ ਕੰਟਰੀਬਿਊਟ ਕਰਨ ਔਰ ਇਸ ਗੱਲ ਨੂੰ ਅੱਗੇ ਲੈ ਕੇ ਜਾਣ। ਸਾਰੇ ਲੋਕ ਇਸ ਕਾਫਲੇ ਦੇ ਵਿੱਚ ਕਦੋਂ ਸ਼ਾਮਲ ਹੁੰਦੇ ਨੇ, ਇਹ ਸਾਡੇ ਸਾਰਿਆਂ ਲਈ ਦੇਖਣਯੋਗ ਹੋਵੇਗਾ। ਸੁਖਪਾਲ ਸਿੰਘ ਧਨੋਆ, PTC ਨਿਊਜ਼ ਲਈ, ਵਾਸ਼ਿੰਗਟਨ DC ਬਿਊਰੋ।